ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 21ਵੀਂ ਤੇ ਪਦ 8ਵਾਂ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ ਉੱਤੇ ਇੰਨਾ ਸਿਆਣਾ ਨਹੀਂ ਹੈ, ਇੰਨਾ ਅਕਲਮੰਦ ਨਹੀਂ ਹੈ ਜਿਹੜਾ ਗੁਰੂ ਮਹਾਰਾਜ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੇ ਉਹ ਬੁਲਾਉਂਦੇ ਹਨ ਉਹਨਾਂ ਪ੍ਰਾਣੀ ਬੋਲਦਾ ਹੈ, ਜਿੰਨੀ ਉਹ ਮਿਹਰ ਕਰਦੇ ਹਨ ਉਹਨਾਂ ਪ੍ਰਾਣੀ ਸੁਣਦਾ ਹੈ। ਉਹਨਾਂ ਦੀ ਕਿਰਪਾ ਦੇ ਨਾਲ ਹੀ ਪ੍ਰਾਣੀ ਵਿਚਾਰ ਕਰ ਸਕਦਾ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਲੋਕਾਈ ਦੇ ਉੱਤੇ ਬਹੁਤ ਵੱਡੀ ਰਹਿਮਤ ਕੀਤੀ ਹੈ। ਇਨਸਾਨ ਨੂੰ ਜਿਹੜਾ ਚੱਲਣਹਾਰ ਹੈ, ਸਮੇਂ ਦੇ ਨਾਲ ਇਨਸਾਨ ਨੂੰ ਸੰਬੰਧ ਹੈ। ਸਮਾਂ ਵੀ ਚੱਲਣ ਵਾਲਾ ਹੈ, ਸਮਾਂ ਵੀ ਵਿਨਾਸ਼ ਹੋਣ ਵਾਲਾ ਹੈ। ਸਮਾਂ ਤੇ ਪ੍ਰਾਣੀ ਸੰਗੀ ਹਨ ਇੱਕ ਦੂਸਰੇ ਦੇ। ਪ੍ਰਭੂ ਪਿਆਰਾ ਅਚਲ ਹੈ, ਅਮੁੱਕ ਹੈ, ਸਦੀਵੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਵਿਧੀ ਸਮਝਾਈ ਹੈ ਆਪਣੇ ਪਿਆਰੇ ਸਿੱਖ ਨੂੰ ਕਿ ਜੇ ਤੂੰ ਆਪਣੇ ਆਪ ਨੂੰ ਛੱਡ ਦੇਵੇਂ ਤਾਂ ਤੈਨੂੰ ਤੇਰਾ ਮਾਸਟਰ, ਤੇਰਾ ਮਾਲਕ ਅਪਣਾ ਲਵੇਗਾ, ਪਰ ਤੈਨੂੰ ਆਪਣਾ ਆਪ ਛੱਡਣਾ ਹੀ ਪਵੇਗਾ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ ਸੁਖਮਣੀ ਸਾਹਿਬ ਦੇ ਵਿੱਚ। 24 ਅਸ਼ਟਪਦੀਆਂ ਹਨ ਤੇ ਇੱਕ ਅਸ਼ਟਪਦੀ ਦੇ 8 ਭਾਗ ਹਨ, 8 ਪਦ ਹਨ। 3 ਘੜੀਆਂ ਨੂੰ 3 ਘੰਟਿਆਂ ਤੋਂ ਇੱਕ ਪਹਿਰ ਬਣਦਾ ਹੈ। 24 ਘੰਟੇ 8 ਪਹਿਰ, 24 ਅਸ਼ਟਪਦੀਆਂ 8 ਪਦ। ਸੱਚੇ ਪਾਤਸ਼ਾਹ ਨੇ ਬਖਸ਼ੀ ਹੋਈ ਬਾਣੀ ਪ੍ਰਾਣੀ ਨੂੰ ਮੋਕਸ਼ ਦੇ ਦੁਆਰੇ ਤੱਕ ਪਹੁੰਚਾਉਣ ਦੇ ਲਈ ਸਮਰੱਥ ਰੂਪ ਦੇ ਵਿੱਚ ਬਖਸ਼ੀ ਹੈ। 24,000 ਸਵਾਸ 24 ਘੰਟਿਆਂ ਦੇ ਵਿੱਚ, ਇੱਕ ਦਿਨ ਤੇ ਇੱਕ ਰਾਤ। ਪ੍ਰਾਣੀ ਜੇ ਇਹ ਆਦਤ ਪਾ ਲਵੇ, ਆਪਣਾ ਰੋਜ਼ਮਰਾ ਦਾ ਜੀਵਨ ਬਦਲ ਲਵੇ, ਸਵਾਸ ਸਵਾਸ ਉਹਨੂੰ ਧਿਆਉਣ ਲੱਗ ਪਵੇ, ਤਾਂ ਉਹ ਮਾਇਆ ਦੇ ਚਿੱਕੜ 'ਚੋਂ ਨਿਕਲ ਕੇ ਅਕਾਲ ਪੁਰਖ ਦੇ ਸਵਰਗ ਦੇ ਵਿੱਚ ਸਹਿਜੇ ਹੀ ਦਾਖਲ ਹੋ ਸਕਦਾ ਹੈ। ਹਾਲਾਂਕਿ ਸਵਾਸ ਉਹਦੀ ਆਪ ਦੀ ਕੋਈ ਮਰਜ਼ੀ ਨਾਲ ਨਹੀਂ ਆਉਂਦੇ, ਨਾ ਹੀ ਉਹਨੂੰ ਇਹ ਪਤਾ ਹੈ, ਗਿਆਨ ਹੈ ਕਿ ਕਿੰਨੇ ਆਏ ਹਨ, ਕਿੰਨੇ ਆਉਣੇ ਹਨ। ਇਹਨਾਂ ਨੂੰ ਚਲਾਉਣ ਵਾਲਾ, ਇਹਨਾਂ ਨੂੰ ਭੰਡਾਰਨ ਵਾਲਾ ਕੋਈ ਹੋਰ ਹੈ, ਜਿਹਦੀ ਮਿਹਰ ਸਦਕਾ ਇਨਸਾਨ ਦੀ ਜੀਵਨ ਲੀਲਾ ਚੱਲਦੀ ਹੈ। ਐਨਰਜੀ, ਪਾਣੀ ਤੇ ਸਵਾਸ, ਤਿੰਨਾਂ ਉੱਤੇ ਪ੍ਰਾਣੀ ਦਾ ਜੀਵਨ ਚੱਲ ਰਿਹਾ ਹੈ। ਇਹਨਾਂ ਤਿੰਨਾਂ ਦੇ ਵਿੱਚੋਂ ਪ੍ਰਮੁੱਖ ਸਵਾਸ ਹਨ। ਆਕਸੀਜਨ ਹੈ, ਜਿਹੜੀ ਕਿ ਲੈਸ ਦੈਨ 3 ਮਿੰਟ ਖੇਡ ਖਤਮ ਹੋ ਸਕਦੀ ਹੈ ਜੇ ਉਹ ਘਟ ਜਾਵੇ ਜਾਂ ਮੁੱਕ ਜਾਵੇ। ਸਵਾਸ ਜ਼ਿੰਦਗੀ ਹਨ,
ਉਸ ਜ਼ਿੰਦਗੀ ਨੂੰ ਜਿਹਨੇ ਦਿੱਤੀ ਹੈ ਸ਼ੁਕਰਾਨਾ ਕਰਨ ਦੇ ਲਈ ਸਵਾਸ ਸਵਾਸ ਸਿਮਰਨ ਕਰਨਾ ਉਚਿਤ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ। ਪ੍ਰਾਣੀ ਪਹਿਲਾ ਪਹਿਲ ਸ਼ਾਇਦ ਤੈਨੂੰ ਔਖਾ ਲੱਗੇ, ਕਠਿਨਾਈ ਆਵੇ, ਪਰ ਪ੍ਰੀਤਮ ਪਿਆਰੇ ਅਕਾਲ ਪੁਰਖ ਨੇ ਤੇਰੇ ਸਰੀਰ ਦੇ ਵਿੱਚ ਦੋ ਮਨ ਤੈਨੂੰ ਦਿੱਤੇ ਹਨ। ਇੱਕ ਮਨ ਤੇਰਾ ਚੇਤ ਹੈ ਜਿਹਦੇ ਨਾਲ ਤੂੰ ਦੁਨੀਆ ਦੇ ਵਿੱਚ ਵਿਚਰਦਾ ਹੈ। ਦੂਸਰਾ ਮਨ ਤੇਰਾ ਅਚੇਤ ਹੈ ਜਿਹੜਾ ਚੇਤ ਮਨ ਨਾਲੋਂ ਬਹੁਤ ਸ਼ਕਤੀਸ਼ਾਲੀ ਹੈ। ਜਦੋਂ ਤੇਰਾ ਚੇਤ ਮਨ ਥੱਕ ਜਾਂਦਾ ਹੈ ਤਾਂ ਉਹ ਸਹਾਇਤਾ ਦੇ ਲਈ ਅਚੇਤ ਮਨ ਅੱਗੇ ਫਰਿਆਦ ਕਰਦਾ ਹੈ। ਪਹਿਲੇ ਪਹਿਲ ਤੈਨੂੰ ਕਠਿਨਾਈ ਆਵੇਗੀ ਸਿਮਰਨ ਦੀ, ਸੁਭਾਵਿਕ ਹੈ, ਪਰ ਤੇਰੀ ਜਿੱਦ, ਤੇਰਾ ਹੱਠ ਸਹਿਜੇ ਹੀ ਇਹਨੂੰ ਪਾਰ ਕਰ ਸਕਦਾ ਹੈ। ਫਿਰ ਪ੍ਰਭੂ ਤੈਨੂੰ ਆਪਣੇ ਵੱਲ ਖਿੱਚ ਲਵੇਗਾ ਤੇ ਤੇਰਾ ਜੀਵਨ ਸਾਧੂਆਂ ਵਾਲਾ, ਸੰਤਾਂ ਵਾਲਾ, ਸੇਵਕਾਂ ਵਾਲਾ ਬਣ ਜਾਵੇਗਾ। ਇਸ ਜੀਵਨ ਨੂੰ ਦੇਵਤਾ ਲੋਕ ਲੋਚਦੇ ਹਨ ਕਿਉਂਕਿ ਇਸੇ ਜੀਵਨ ਦੇ ਰਾਹੀਂ ਜਨਮ ਮਰਨ ਦੇ ਬੰਧਨ ਟੁੱਟਦੇ ਹਨ, ਅਕਾਲ ਦੀ ਪ੍ਰਾਪਤੀ ਹੁੰਦੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਤੇ ਮਹਾਨ ਵਿਸ਼ਾ ਅਕਾਲ ਉਸਤਤ ਹੈ, ਆਰਾਧਨਾ ਹੈ, ਸਾਧਨਾ ਹੈ, ਸਿਮਰਨ ਹੈ, ਜਾਪ ਹੈ। ਉਸ ਅਕਾਲ ਦਾ, ਉਹਦੀ ਵੱਡੀ ਵਡਿਆਈ ਹੈ, ਉਸ ਮਹਾਨ ਪੁਰਖ ਦੀ। ਦੂਸਰਾ ਉਹਦੇ ਪਿਆਰਿਆਂ ਦਾ ਹੈ ਜਿਨ੍ਹਾਂ ਨੇ ਉਹਦਾ ਮਨ ਮੋਹ ਲਿਆ, ਫਿਰ ਉਹਦੇ ਬਣ ਕੇ ਰਹਿ ਗਏ। ਤੀਸਰਾ ਅਣਭਿੱਜਿਆਂ ਦਾ ਹੈ ਜਿਨ੍ਹਾਂ ਉੱਤੇ ਅੰਮ੍ਰਿਤ ਦੀ ਬੂੰਦ ਵੀ ਨਹੀਂ ਪਈ, ਸੁੱਕੇ ਦੇ ਸੁੱਕੇ ਰਹੇ, ਨਿੰਦਿਆ ਚੁਗਲੀ ਖੂਬ ਕੀਤੀ, ਗਰੀਬਾਂ ਨੂੰ ਪਰੇਸ਼ਾਨ ਕੀਤਾ, ਮਾੜਿਆਂ ਨੂੰ ਦਬਕਾਇਆ, ਤਕੜਿਆਂ ਅੱਗੇ ਜੀ ਹਜ਼ੂਰੀ ਕੀਤੀ, ਪ੍ਰਭੂ ਦੇ ਭਗਤਾਂ ਦਾ ਖੂਬ ਮਜ਼ਾਕ ਉਡਾਇਆ। ਉਸ ਸ਼੍ਰੇਣੀ ਨੂੰ, ਉਸ ਜਮਾਤ ਨੂੰ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਠਿਕਾਣਾ ਦਰਸਾਇਆ ਹੈ। ਉਹਨਾਂ ਨੂੰ ਸੰਤ ਦੋਖੀ, ਸੰਤ ਨਿੰਦਕ, ਉਹਨਾਂ ਨੂੰ ਚੋਰ, ਉਹਨਾਂ ਨੂੰ ਹਰਾਮਖੋਰ, ਕੂੜਿਆਰ ਕਹਿ ਕੇ ਸੱਚੇ ਪਾਤਸ਼ਾਹ ਨੇ ਵਾਜਬ ਤੌਰ 'ਤੇ ਉਹਨਾਂ ਦੀ ਦਸ਼ਾ ਦਰਸਾਈ ਹੈ। ਗੁਰੂ ਪਿਆਰਿਓ, ਇੱਕ ਮਹਾਨ ਕਨਸੈਪਟ ਜਿਹੜਾ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਕੋਈ ਜਿੰਨਾ ਮਰਜ਼ੀ ਨਿੰਦਕ ਹੋਵੇ, ਪਾਪੀ ਹੋਵੇ, ਉਹ ਬਖਸ਼ਣ ਯੋਗ ਹੈ। ਕਦੇ ਵੀ ਇੰਨਾ ਲੇਟ ਨਹੀਂ ਹੈ ਕਿ ਉਹ ਬਖਸ਼ਿਆ ਨਾ ਜਾ ਸਕੇ। ਪ੍ਰਭੂ ਦੇ ਦਰਬਾਰ ਤੋਂ ਪਹਿਲਾਂ ਹੀ ਜੇ ਗੁਰੂ ਦਾ ਕੋਈ ਪਿਆਰਾ ਜਿਹੜਾ ਮਿਲ ਚੁੱਕਿਆ ਹੋਵੇ
ਕਿਰਪਾ ਕਰ ਦੇਵੇ ਤਾਂ ਉਸ ਨਿੰਦਕ ਦੇ ਬੰਧਨ ਕੱਟੇ ਜਾ ਸਕਦੇ ਹਨ। ਉਹ ਮੁੜ ਕੇ ਪ੍ਰਭੂ ਦਾ ਭਗਤ ਬਣ ਸਕਦਾ ਹੈ। ਇਹ ਵੱਡੀ ਵਡਿਆਈ ਹੈ ਪਿਆਰਿਆਂ ਦੀ, ਜਿਨ੍ਹਾਂ ਨੇ ਮਸ਼ੱਕਤ ਕਰਕੇ ਉਹਦਾ ਦਰਵਾਜ਼ਾ ਖਟਖਟਾਇਆ ਤੇ ਫਿਰ ਦੰਡਵਤ ਪ੍ਰਣਾਮ ਕਰਕੇ ਉਹਦੇ ਚਰਨ ਸਪਰਸ਼ ਕੀਤੇ। ਉਹਨੇ ਆਪਣੀ ਬੁੱਕਲ ਦੇ ਵਿੱਚ ਲਿਆ, 2 ਖਤਮ ਹੋ ਗਏ ਤੇ 1 ਬਣ ਗਿਆ। ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਪਹਿਲੇ ਪਦਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਉਹ ਦਸ਼ਾ ਦਰਸਾਈ ਹੈ ਜਦੋਂ ਅਕਾਲ ਪੁਰਖ ਇਕੱਲਾ ਸੀ, ਸ੍ਰਿਸ਼ਟੀ ਅਜੇ ਨਹੀਂ ਬਣੀ ਸੀ, ਦਾਤੇ ਦੇ ਮਨ ਦੇ ਵਿੱਚ ਸੀ। ਪਰ ਉਸ ਵੇਲੇ ਵੀ ਪ੍ਰਭੂ ਮਹਾਲੀਨ ਅਵਸਥਾ ਦੇ ਵਿੱਚ ਸੀ। ਆਪਣੀ ਆਪ ਸ਼ਲਾਘਾ ਕਰਦਾ, ਵਡਿਆਈ ਕਰਦਾ, ਮੌਲ ਦਾ ਵਜਦ ਦੇ ਵਿੱਚ ਆਉਂਦਾ, ਪ੍ਰਸੰਨ ਹੁੰਦਾ। ਜਦੋਂ ਮਨ ਦੇ ਵਿੱਚ ਆਇਆ ਕਿ ਮੈਂ ਹੁਣ ਇਕੱਲਾ ਨਹੀਂ ਰਹਿਣਾ, ਮੈਨੂੰ ਪਰਿਵਾਰ ਚਾਹੀਦਾ ਹੈ, ਫਿਰ ਛਿੰਨ ਦੇ ਵਿੱਚ ਰਚਨਾ ਰਚਾ ਦਿੱਤੀ ਤੇ ਉਸ ਰਚਨਾ ਨੂੰ 3 ਐਡਮਿਨਿਸਟ੍ਰੇਟਰਸ ਪ੍ਰਬੰਧਕਾਂ ਨੂੰ ਸੌਂਪ ਦਿੱਤਾ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਇਸ ਪਦ ਦੇ ਵਿੱਚ ਕਿ ਉਹ ਕਿੰਨਾ ਮਹਾਨ ਹੈ। ਜੈ ਅਬਗਤ ਅਬਿਕਤ ਭਗਤ ਤੈ ਆਪ, ਜੈ ਪਸਰੈ ਪਸਾਰ ਸੰਤ ਪ੍ਰਤਾਪ। ਪ੍ਰਭੂ ਪਿਆਰਾ ਆਪਣੇ ਆਪ ਦੇ ਵਿੱਚ ਅਵਿਨਾਸ਼ੀ ਤੇ ਸੰਤ ਹੈ। ਜਦੋਂ ਉਹਦਾ ਕੋਈ ਸੰਤ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ, ਉਹਦਾ ਚਿਗਿਰਦਾ ਸੁਧਾਰ ਦਿੰਦਾ ਹੈ ਪ੍ਰਭੂ, ਕਿਉਂਕਿ ਉੱਥੇ ਆਪ ਹੀ ਵਸਦਾ ਹੈ, ਕਦੇ ਮਿਟਦਾ ਨਹੀਂ। ਪ੍ਰਭੂ ਦਾ ਸੰਤ ਸਦੀਵੀ ਹੈ, ਹਮੇਸ਼ਾ ਲਈ ਹੈ। ਪ੍ਰਭੂ ਆਪਣੀ ਰਚਨਾ ਉਹਦੇ ਆਲੇ ਦੁਆਲੇ ਖਿਲਾਰਦਾ ਹੈ, ਉਹਨੂੰ ਸੋਹਣਾ ਬਣਾਉਂਦਾ ਹੈ, ਉਹਦੀ ਸ਼ਕਤੀ ਵਧਾਉਂਦਾ ਹੈ, ਉਹਦਾ ਤੇਜ ਵਧਾਉਂਦਾ ਹੈ, ਉਹਦਾ ਪ੍ਰਤਾਪ ਵਧਾਉਂਦਾ ਹੈ। ਜੈ ਪਸਰੇ ਪਸਾਰ ਸੰਤ ਪ੍ਰਤਾਪ। ਬੇਸ਼ੱਕ ਪ੍ਰਭੂ ਆਪਣੀ ਲੀਲਾ ਨੂੰ ਸੁੰਦਰ ਬਣਾਉਂਦਾ ਹੈ ਜਿੱਥੇ ਸੰਤ ਰਹਿੰਦਾ ਹੈ, ਕਿਉਂਕਿ ਉਹ ਆਪ ਹੀ ਸੰਤ ਦੇ ਵਿੱਚ ਵਸਦਾ ਹੈ। ਪਰ ਲੋਕਾਈ ਦੇ ਲਈ ਸਾਰਾ ਕੁਝ ਉਸ ਸੰਤ ਦਾ ਤੇਜ ਹੈ, ਪ੍ਰਤਾਪ ਹੈ। ਦਾਹੂ ਪਾਕ ਕਾ ਆਪੇ ਧਰੀ, ਉਨਕੀ शोभा उनहू बड़ी। ਦੋਨੇ ਪਾਸਿਆਂ ਦਾ ਮਾਲਕ, ਲੋਕ ਦਾ ਪਰਲੋਕ ਦਾ।
ਇਸ ਦੁਨੀਆ ਦਾ ਤੇ ਉਸ ਦੁਨੀਆ ਦਾ ਸੋਭਾ ਮਾਣ ਸਤਿਕਾਰ ਉਹਨੂੰ ਦੋਨੇ ਪਾਸਿਆਂ ਤੋਂ ਮਿਲਦਾ ਹੈ। ਉਹਦੀ ਹੀ ਸਿਫਤ ਹੁੰਦੀ ਹੈ। ਉਹਨੇ ਹੀ ਦੋਨੇ ਪਾਸੇ ਬਣਾਏ ਹਨ, ਟਿਕਾਏ ਹਨ। ਦੋਨਾਂ ਪਾਸਿਆਂ ਦਾ ਬਾਦਸ਼ਾਹ ਹੈ। ਵਡਿਆਈ ਵੀ ਉਹਦੀ ਹੀ ਹੁੰਦੀ ਹੈ, ਫਬਦੀ ਵੀ ਉਹਦੀ ਹੈ, ਅਧਿਕਾਰ ਵੀ ਉਹਦਾ ਹੀ ਹੈ। ਆਪੇ ਕੌਤਕ ਕਰੇ ਆਨੰਦ ਚੋਜ, ਆਪੇ ਰਸ ਭੋਗਨ ਨਿਰਜੋਗ। ਆਪਣੀਆਂ ਖੇਡਾਂ ਆਪ ਕਰਦਾ ਹੈ, ਦਿਲ ਬਹਿਲਾਵੇ। ਲੀਲਾ ਆਪਣੀ ਆਪ ਰਚਦਾ ਹੈ, ਖੇਡਾਂ ਆਪਣੀਆਂ ਆਪ ਖੇਡਦਾ ਹੈ। ਕਦੇ ਬਿੰਦਰਾ ਬਨ ਦੇ ਵਿੱਚ ਗਊ ਚਰਾਉਂਦਾ ਹੈ, ਕਦੇ ਗੋਪੀਆਂ ਦੇ ਦੁੱਧ ਦੇ ਕਟੋਰਿਆਂ ਤੇ ਨਿਸ਼ਾਨੇ ਲਗਾਉਂਦਾ ਹੈ, ਕਦੇ ਸੱਚਾ ਸੌਦਾ ਕਰਦਾ ਹੈ, ਭਗਤਾਂ ਨੂੰ ਵਰਤਾਉਂਦਾ ਹੈ, ਲੋੜਵੰਦਾਂ ਨੂੰ ਛਕਾਉਂਦਾ ਹੈ, ਕਦੇ ਡਿੱਗਦੇ ਪਹਾੜ ਉੱਤੇ ਪੰਜਾ ਲਾਉਂਦਾ ਹੈ। ਇਹ ਸਾਰੇ ਉਹਦੇ ਕੌਤਕ ਹਨ, ਚਾਹੇ ਉਹਨੇ ਆਪ ਕੀਤੇ ਹਨ, ਚਾਹੇ ਉਹਦੇ ਪਿਆਰਿਆਂ ਨੇ ਕੀਤੇ ਹਨ। ਕੀ ਫਰਕ ਪੈਂਦਾ ਹੈ? ਦੋਨੇ ਪਾਸੇ ਆਪ ਹੈ। ਆਪ ਹੀ ਮੌਜਾਂ ਮਾਣਦਾ ਹੈ। ਯੋਗੀ ਆਪ ਹੀ ਹੈ, ਭੋਗੀ ਆਪ ਹੀ ਹੈ, ਪਰ ਫਿਰ ਵੀ ਨਿਰਜੋਗ ਨਿਰਲੇਪ ਕੁਆਰੇ ਦਾ ਕੁਆਰਾ ਰਹਿੰਦਾ ਹੈ। ਦੋਨੇ ਪਾਸੇ ਪਰਫੈਕਟ ਰੂਪ ਦੇ ਵਿੱਚ ਚੱਲਦਾ, ਆਪਣੇ ਆਪ ਨੂੰ ਵੱਖਰਾ ਦਾ ਰੱਖਦਾ, ਕਦੇ ਅਨੇਕ ਬਣ ਜਾਂਦਾ, ਕਦੇ ਏਕ ਬਣ ਜਾਂਦਾ। ਜਦ ਦੋਨੇ ਪਾਸੇ ਉਸੇ ਸਮੇਂ ਪ੍ਰਵੇਸ਼ ਕਰਦਾ, ਸੱਚੇ ਪਾਤਸ਼ਾਹ ਤੇਰੀਆਂ ਵਡਿਆਈਆਂ ਵੱਡੀਆਂ ਹਨ, ਤੇਰੀ ਸਿਫਤ ਕੀਤੀ ਹੀ ਨਹੀਂ ਜਾ ਸਕਦੀ। ਜਿਸ ਭਾਵੈ ਤਿਸ ਆਪਣ ਨਾਨ ਲਾਏ, ਨਾਨ ਆਪਣ ਨਾਏ ਲਾਵੈ। ਜਿਸ ਭਾਵੇ ਤਿਸ ਆਪਣ ਨਾਏ ਲਾਵੈ, ਜਿਸ ਭਾਵੇ ਤਿਸ ਖੇਲ ਖਿਲਾਵੈ। ਜਿਹਨੂੰ ਆਪਣਾ ਨਾਂ ਦੇ ਦਿੰਦਾ ਹੈ, ਸਿਫਤ ਸਲਾਹ ਦੇ ਦਿੰਦਾ ਹੈ, ਮਿਹਰ ਕਰ ਦਿੰਦਾ ਹੈ, ਫਿਰ ਉਹਨੂੰ ਖੇਲ ਦੇ ਵਿੱਚ ਹਾਜ਼ਰ ਕਰ ਲੈਂਦਾ ਹੈ। ਫਿਰ ਉਹਦੇ ਨਾਲ ਖੇਡਦਾ ਹੈ, ਉਹਨੂੰ ਖਿਡਾਉਂਦਾ ਹੈ, ਪਹਿਲਾਂ ਉਹਨੂੰ ਜੋੜਦਾ ਹੈ, ਫਿਰ ਉਹਦਾ ਦੋਸਤ ਬਣ ਜਾਂਦਾ ਹੈ, ਫਿਰ ਉਹਦੇ ਨਾਲ ਚੋਜ ਕਰਦਾ ਹੈ, ਆਪਣਾ ਨਾਂ ਦੇ ਕੇ ਉਹਨੂੰ ਲਾਡ ਲਡਾਉਂਦਾ ਹੈ। ਬੇਸ਼ੁਮਾਰ ਅਥਾਹ ਅਗਾਨਤ ਅਤੋਲੈ।
ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਬੇਅੰਤ ਅਥਾ ਪਤਾ ਵੀ ਨਹੀਂ ਕਿੰਨਾ ਵਿਸ਼ਾਲ, ਅਗਣਤ ਗਿਣਿਆ ਨਾ ਜਾ ਸਕੇ, ਜਿਹਦੀ ਮੈਥੇਮੈਟਿਕਸ ਹੋ ਨਹੀਂ ਸਕਦੀ। ਆ ਤੋਲ ਲੈ, ਤੋਲਣ ਤੋਂ ਬਾਹਰ, ਮਿੰਟ ਤੋਂ ਬਾਹਰ, ਗਿਣਤੀ ਤੋਂ ਬਾਹਰਾਂ, ਮਿਣਤੀ ਤੋਂ ਬਾਹਰਾਂ, ਅੱਖਰਾਂ ਦੇ ਵਿੱਚ ਆਉਂਦਾ ਹੀ ਨਹੀਂ, ਤੱਕੜੀਆਂ ਦੇ ਵਿੱਚ ਤੁਲਦਾ ਨਹੀਂ। ਇੰਨਾ ਮਹਾਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਜਿਵੇਂ ਤੂੰ ਹੁਕਮ ਕਰਦਾ ਹੈ, ਤੇਰਾ ਗੋਲਾ, ਤੇਰਾ ਦਾਸ, ਤੇਰਾ ਸੇਵਕ ਨਾਨਕ ਉਸੇ ਤਰ੍ਹਾਂ ਤੇਰੇ ਅੱਗੇ ਪੇਸ਼ ਹੁੰਦਾ ਹੈ, ਬੋਲਦਾ ਹੈ। ਜਿਵੇਂ ਤੂੰ ਬੁਲਾਉਂਦਾ ਹੈ ਉਸੇ ਤਰ੍ਹਾਂ ਬੋਲਦਾ ਹੈ। ਗੁਰੂ ਪਿਆਰਿਓ, ਇਸ ਪਦ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਜੈ ਅਪਾਗਤ ਭਗਤ ਤੈ ਆਪ, ਜੈ ਪਸਰੈ ਪਸਾਰ ਸੰਤ ਪ੍ਰਤਾਪ। Wherever is the saint of the imperishable Lord, there he himself is. Wherever he spreads out creation, that is for the glory of his saint, of his sadhu. He loved his beloved one too much. He gave his all merits to his beloved ones. He gave them respect, divine love, affection and blessing. And he is forever, and he makes his sadhus, saints forever. And he gave them all the energy, all the power. देहु पाख का आपे धनी, उनकी शोभा उनहु बनी। Of both the sides, he himself is the master. He prays, his praise becomes him alone. He is the one creator of both sides. And he is the controller, administrator, both sides. And he very well control both sides, because that's the reason he deserves that praise. He deserves that sobha. आपे कौतक करे आनंद चोज, आपे रस भोगन निर्जोग. The Lord himself performs plays, recreation and frolics. He himself enjoys pleasures
and yet remains uncontaminated. He is a saint, he is a sadhu, and he is the family man same time. He does too many plays, too many wonderful acts, and he enjoys all that. Even though he is creator of families, but he still remains bachelor. जिस भावै तिस आपन नाए लावै, जिस भावै तिस खेल खिलावै. Whomsoever he pleases him, he attaches with his name. When he is so happy, he gave energy his servants to recite, to meditate for him. Then he certified them. And he gave his certificate of his name. And then he plays with them. Play of the world. Play of life and death. He gave them. He can take them out from this cycle or he can put them back. That depends on his desire. Besamar atha agant atoleh. Jio balavo teo nanak das boleh. God is uncalculable, unfathomable, unaccountable, and immeasurable. As thou, O Lord, causest him to speak, so does servant Nanak speak. No boundaries, nobody can measure you. Mathematics not apply at you, and nobody can weigh you, measure you. Slave Nanak is always present to answer you. And he always say whatever want him to say. Guru ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਮਿਹਰ ਕੀਤੀ ਹੈ, ਅਪਾਰ ਕਿਰਪਾ ਕੀਤੀ ਹੈ। ਸੱਚੇ ਪਾਤਸ਼ਾਹ ਦਾ ਵਿਰਾਟ ਰੂਪ ਸਾਨੂੰ ਸਮਝਾਇਆ ਹੈ। ਜਿਹੜਾ ਕਨੈਕਸ਼ਨ ਪ੍ਰਭੂ ਦਾ ਤੇ ਪ੍ਰਭੂ ਦੇ ਪਿਆਰੇ ਦਾ ਹੈ, ਉਹ ਬਹੁਤ ਅਟੁੱਟ ਹੈ, ਆਪ ਹੈ। ਦੁਨਿਆਵੀ ਰਿਸ਼ਤੇ, ਟੀਚਰ ਦਾ ਰਿਸ਼ਤਾ, ਵਿਦਿਆਰਥੀ ਦਾ ਰਿਸ਼ਤਾ, ਪ੍ਰੇਮੀਆਂ ਦਾ ਰਿਸ਼ਤਾ, ਫੈਮਿਲੀ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ, ਮਿੱਤਰਾਂ ਦਾ ਰਿਸ਼ਤਾ, ਮਾਂ ਬਾਪ ਦਾ ਰਿਸ਼ਤਾ, ਕੋਈ ਵੀ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਜਿਹੜਾ ਸਵਾਰਥ ਤੋਂ ਬਾਹਰਾ ਹੋਵੇ, ਲੋੜਾਂ ਤੋਂ ਵੱਖਰਾ ਹੋਵੇ।
ਪ੍ਰਭੂ ਦਾ ਰਿਸ਼ਤਾ ਨਿਰਾਲਾ ਹੈ। ਹਮੇਸ਼ਾ ਆਪਣਿਆਂ ਬਾਰੇ ਸੋਚਦਾ ਹੈ। ਜਿਹੜੇ ਉਹਨੂੰ ਪਿਆਰ ਕਰਦੇ ਹਨ ਉਹਨਾਂ ਲਈ ਹੀ ਲੋਚਦਾ ਹੈ। ਉਹਨਾਂ ਉੱਤੇ ਮਿਹਰ ਕਰਦਾ ਹੈ। ਉਹਨਾਂ ਨੂੰ ਸੰਗੀ ਜਨ ਬੁਲਾਉਂਦਾ ਹੈ। ਜਿਨ੍ਹਾਂ ਨੇ ਪ੍ਰਭੂ ਨੂੰ ਪਾ ਲਿਆ ਹੈ, ਫਿਰ ਉਹਨਾਂ ਦੇ ਸੰਗ ਦੇ ਵਿੱਚ ਆਪਣੇ ਗੀਤ ਖੁਦ ਗਵਾਉਂਦਾ ਹੈ। ਉਹਨਾਂ ਨੂੰ ਹੋਰ ਨੇੜੇ ਲੈ ਕੇ ਆਉਂਦਾ ਹੈ। ਅਸਲ 'ਚ ਆਪਣੀ ਭਗਤੀ ਆਪ ਹੀ ਕਰਦਾ ਹੈ। ਉਹਨਾਂ ਦੇ ਸਰੀਰਾਂ ਰਾਹੀਂ ਆਪ ਹੀ ਭਗਤ ਬਣ ਜਾਂਦਾ ਹੈ। ਆਪ ਹੀ ਪ੍ਰਭੂ ਹੈ, ਆਪ ਹੀ ਪ੍ਰਭੂ ਦਾ ਸੰਤ। ਆਪਣੀ ਮਿਹਰ ਖੁਦ ਹੀ ਕਰਦਾ ਹੈ। ਸੰਤ ਦਾ ਪ੍ਰਤਾਪ ਆਪ ਹੀ ਬਖਸ਼ਦਾ ਹੈ, ਆਪ ਹੀ ਵਧਾਉਂਦਾ ਹੈ। ਸੰਤ ਦੀ ਮਹਿਮਾ ਆਪ ਹੀ ਗਾਉਂਦਾ ਹੈ। ਬੇਅੰਤ ਪਿਆਰਾ ਪ੍ਰਭੂ ਲੋਕ ਤੇ ਪਰਲੋਕ ਦੋਨਾਂ ਦਾ ਮਾਲਕ ਹੈ। ਦੋਨਾਂ ਪਾਸਿਆਂ ਦਾ ਧਨੀ ਹੈ। ਦਾਸਾਂ ਦਾ ਮਾਸਟਰ ਹੈ। ਉਹਦੀ ਮਿਹਰ ਦੇ ਨਾਲ ਹੀ ਲੋਕ ਸਜਿਆ ਹੈ, ਪਰਲੋਕ ਫਵਿਆ ਹੈ। ਆਪਣੇ ਕੌਤਕ ਆਪਣੀਆਂ ਲੀਲਾ ਰਚਾਉਂਦਾ ਹੈ। ਆਪਣੀਆਂ ਖੇਡਾਂ ਖੇਡਦਾ ਹੈ। ਬਸਤੀ ਦੇ ਵਿੱਚ ਆਪਣੇ ਕੌਤਕਾਂ ਨੂੰ ਰਚ ਕੇ ਦਿਲ ਨੂੰ ਬਹਿਲਾਉਂਦਾ ਹੈ। ਆਪ ਹੀ ਖੇਡਾਂ ਬਣਾਉਂਦਾ ਹੈ, ਆਪੇ ਹੀ ਖੇਡਦਾ ਹੈ। ਆਪੇ ਗ੍ਰਸਤੀ ਹੈ, ਆਪੇ ਜੋਗੀ ਹੈ। ਆਪੇ ਇਕੱਲਾ ਹੈ, ਆਪੇ ਹੀ ਭੋਗੀ ਹੈ। ਮੌਜਾਂ ਮਾਣਦਾ ਹੈ ਪਰ ਫਿਰ ਵੀ ਨਿਰਲੇਪ ਹੈ। ਮੇਰੇ ਪਿਆਰੇ ਸਤਿਗੁਰ, ਤੇਰੀਆਂ ਕਲਾਵਾਂ ਇੰਨੀਆਂ ਕਿ ਮੈਂ ਬਲ ਬਲ ਜਾਊਂ, ਕੁਰਬਾਨ ਹੋ ਜਾਵਾਂ ਤੇਰੇ ਉੱਤੋਂ। ਤੇਰੀ ਮਿਹਰ ਜਿਹਦੇ ਉੱਤੇ ਵੀ ਪੈਂਦੀ ਹੈ, ਤੇਰੀ ਨਜ਼ਰ ਜਿਹਦੇ ਮਸਤਕ ਨੂੰ ਚੁੰਮਦੀ ਹੈ, ਉਹ ਅਸਲੀ ਖੱਟੀ ਖੱਟ ਜਾਂਦਾ ਹੈ। ਜਿਹਦੇ ਉੱਤੇ ਤੇਰੇ ਨਾਮ ਦੀ ਵਰਖਾ ਹੋ ਜਾਂਦੀ ਹੈ, ਤੂੰ ਉਹਨੂੰ ਆਪਣੇ ਨਾਲ ਜੋੜ ਲੈਂਦਾ ਹੈ। ਫਿਰ ਉਹ ਤੇਰੀ ਖੇਡ ਖੇਡਦਾ ਹੈ, ਤੂੰ ਉਹਦੇ ਨਾਲ ਖੇਡਦਾ ਹੈ। ਤੇਰਾ ਸਾਥੀ, ਤੇਰਾ ਪੁੱਤਰ, ਤੇਰੇ ਸਾਰੇ ਰਿਸ਼ਤੇ ਉਹਦੇ ਨਾਲ ਬਣ ਜਾਂਦੇ ਹਨ। ਇੱਕੋ ਸਮੇਂ ਤੂੰ ਕਿੰਨਿਆਂ ਨੂੰ ਧਾਰਦਾ ਹੈ, ਕਿੰਨਿਆਂ ਦੇ ਵਿੱਚ ਤੇਰਾ ਵਸੇਬਾ ਬਣ ਜਾਂਦਾ ਹੈ, ਕਿਉਂਕਿ ਤੂੰ ਬੇਸ਼ੁਮਾਰ ਹੈ, ਗਿਣਤੀ ਤੋਂ ਬਾਹਰ ਹੈ। ਸਮਾਂ ਤੇਰੇ ਉੱਤੇ ਅਸਰ ਨਹੀਂ ਕਰਦਾ। ਗਿਣਤੀ ਦੇ ਵਿੱਚ ਤੂੰ ਆਉਂਦਾ ਨਹੀਂ।
ਤੋਲ ਤੈਨੂੰ ਕੋਈ ਸਕਦਾ ਨਹੀਂ, ਤੇਰੀਆਂ ਡੰਗਾਈਆਂ ਦਾ ਕੋਈ ਅੰਤ ਨਹੀਂ। ਪ੍ਰਾਣੀ ਤੇਰੇ ਬਾਰੇ ਕਿਸ ਤਰ੍ਹਾਂ ਸੋਚ ਸਕਦਾ ਹੈ, ਤੇਰੇ ਵਿਸਤਾਰ ਬਾਰੇ ਮਾਪਿਆ ਵੀ ਨਹੀਂ ਜਾ ਸਕਦਾ। ਹਾਂ, ਪ੍ਰਾਣੀ ਬੇਨਤੀ ਕਰ ਸਕਦਾ ਹੈ, ਤੇਰੇ ਅੱਗੇ ਕਿਰਪਾ ਦੀ ਭੀਖ ਮੰਗ ਸਕਦਾ ਹੈ, ਤੇਰੇ ਉੱਤੋਂ ਕੁਰਬਾਨ ਹੋ ਸਕਦਾ ਹੈ। ਤੂੰ ਪਤੀ ਹੈ, ਤੂੰ ਪਰਮੇਸ਼ਰ ਹੈ, ਤੂੰ ਪੁਰਖ ਹੈ। ਸਾਰਾ ਜਹਾਨ, ਸਾਰਾ ਆਲਮ, ਸਾਰੀ ਖੁਦਾਈ ਸਗਲੀ ਨਾਰ ਹੈ। ਤੈਨੂੰ ਭਰਮਾਉਣ ਦੇ ਲਈ, ਤੈਨੂੰ ਰਝਾਉਣ ਦੇ ਲਈ ਇਹ ਸਗਲੀ ਨਾਰ ਸ਼ਿੰਗਾਰ ਕਰਦੀ ਹੈ ਕਿ ਤੂੰ ਦੇਖੇ। ਜੇ ਤੇਰੇ ਪਸੰਦ ਆ ਜਾਵੇ, ਤੈਨੂੰ ਭਾ ਜਾਵੇ, ਹਰ ਵੇਲੇ ਤੇਰੇ ਦਰ ਉੱਤੇ ਦਸਤਕ ਦਿੰਦੀ ਹੈ, ਤੈਨੂੰ ਭਾ ਜਾਵੇ, ਤੂੰ ਬੇਸ਼ੁਮਾਰ, ਅਥਾਹ, ਅਗਣਤ, ਅਤੋਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਪਿਆਰੇ ਪ੍ਰਭੂ, ਛੋਟੀ ਜ਼ਬਾਨ ਤੇਰੀ ਸਿਫਤ ਕਿਵੇਂ ਕਰੇ। ਨਾਨਕ ਦਾਸ ਗੁਲਾਮ ਤੇਰੇ ਤਾਬੇ ਦੇ ਵਿੱਚ ਹਮੇਸ਼ਾ ਹੈ। ਜਿਵੇਂ ਤੂੰ ਬੁਲਾਉਂਦਾ ਹੈ, ਉਸ ਤਰ੍ਹਾਂ ਸਿਰ ਝੁਕਾਉਂਦਾ ਹੈ, ਚਾਹੇ ਉਹ ਲੋਕ ਹੋਵੇ, ਚਾਹੇ ਪਰਲੋਕ ਹੋਵੇ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।